ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਵਚਨਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੇਸ਼ ਹੋ ਰਹੇ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸੌਲੂਸ ਦੇ ਬਾਰੇ ਚਰਚਾ ਕਰ ਰਹੇ ਸੀ, ਜਿਹੜਾ ਕਿ ਇੱਕ ਸਮੇਂ ਕਲੀਸਿਆ ਦੇ ਉੱਤੇ ਅਤਿਆਚਾਰ ਕਰਨ ਵਾਲਾ ਵਿਅਕਤੀ ਸੀ। ਪਰ ਜਦੋਂ ਉਸ ਦੀ ਪ੍ਰਭੂ ਯਿਸੂ ਜੀ ਦੇ ਨਾਲ ਮੁਲਾਕਾਤ ਹੋਈ ਤਾਂ ਉਸ ਦਾ ਜੀਵਨ ਬਦਲ ਗਿਆ ਅਤੇ ਉਸ ਨੇ ਸਾਰੀ ਦੁਨੀਆ ਦੇ ਵਿੱਚ ਜਾ ਕੇ ਪਰਮੇਸ਼ਰ ਦੀ ਖੁਸ਼ਖਬਰੀ ਨੂੰ ਸੁਣਾਇਆ ਅਤੇ ਕਲੀਸਿਆਵਾਂ ਦੀ ਸਥਾਪਨਾ ਕੀਤੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਯਹੂਨਾ ਦੀ ਅੰਜੀਲ ਦੇ 8 ਅਧਿਆਇ ਦੀ 1 ਆਇਤ ਤੋਂ ਲੈ ਕੇ 11 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਇਹਨਾਂ ਵਚਨਾਂ ਦੇ ਵਿੱਚੋਂ ਅਸੀਂ ਉਸ ਇਸਤਰੀ ਦੇ ਬਾਰੇ ਚਰਚਾ ਕਰਾਂਗੇ ਜੋ ਜਿਨਾਕਾਰੀ ਦੇ ਵਿੱਚ ਫੜੀ ਗਈ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਨੰਬਰ 1, ਗ੍ਰੰਥੀਆਂ ਅਤੇ ਫਰੀਸੀਆਂ ਦਾ ਦੋਸ਼। ਨੰਬਰ 2, ਯਿਸੂ ਦਾ ਜਵਾਬ। ਇਸ ਦੇ ਵਿੱਚ ਅਸੀਂ ਦੇਖਾਂਗੇ ਧਰਤੀ ਉੱਤੇ ਲਿਖਤ, ਦੋਸ਼ ਲਗਾਉਣ ਵਾਲਿਆਂ ਦੇ ਸ਼ਬਦ, ਦੋਸ਼ ਲਗਾਉਣ ਵਾਲਿਆਂ ਦਾ ਨਿਕਲ ਜਾਣਾ, ਯਿਸੂ ਦੇ ਨਾਲ ਇਕੱਲੀ ਇਸਤਰੀ। ਨੰਬਰ 3, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇਸ ਦੀ ਪ੍ਰਾਸੰਗਿਕਤਾ। ਇਸ ਦੇ ਵਿੱਚ ਅਸੀਂ ਗੌਰ ਕਰਾਂਗੇ ਸਭ ਤੋਂ ਬੁਰੇ ਪਾਪੀ ਅਕਸਰ ਸਭ ਤੋਂ ਵੱਡੇ ਦੋਸ਼ ਲਗਾਉਣ ਵਾਲੇ ਹੁੰਦੇ ਹਨ। ਕਰਮ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਨਹੀਂ ਜਾਏਗਾ ਅਤੇ ਕੋਈ ਪਾਪ ਤੁਹਾਨੂੰ ਇਸ ਤੋਂ ਬਾਹਰ ਨਹੀਂ ਰੱਖਣਗੇ। ਪਰਮੇਸ਼ਵਰ ਸਭ ਤੋਂ ਬੁਰੇ ਨੂੰ ਲੈ ਕੇ ਉਸ ਤੋਂ ਬਿਹਤਰੀਨ ਦੇ ਵਿੱਚ ਬਦਲਣਾ ਪਸੰਦ ਕਰਦਾ ਹੈ। ਸੋ ਦੋਸਤੋ, ਆਓ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तैथों बख्शिश लेके ही जाना, तैथों बख्शिश लेके ही जाना, ते खाली हाथ नहीं जाना। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। ਔਰਤ ਜਿਹੜੀ ਜਿਨਾਹ ਵਿੱਚ ਫੜੀ ਗਈ। ਯੂਹੰਨਾ 8 ਅਧਿਆਇ 1 ਵਚਨ ਤੋਂ ਲੈ ਕੇ 11 ਵਚਨ ਤੱਕ। ਨੰਬਰ 1, ਗ੍ਰੰਥੀਆਂ ਅਤੇ ਫਰੀਸੀਆਂ ਦਾ ਦੋਸ਼। ਨੰਬਰ 2, ਯਿਸੂ ਦਾ ਜਵਾਬ। ਭਾਗ ਊੜਾ, ਧਰਤੀ ਉੱਤੇ ਲਿਖਤ। ਭਾਗ ਐੜਾ, ਦੋਸ਼ ਲਾਉਣ ਵਾਲਿਆਂ ਦੇ ਸ਼ਬਦ। ਭਾਗ ਈੜੀ, ਦੋਸ਼ ਲਾਉਣ ਵਾਲਿਆਂ ਦਾ ਨਿਕਲ ਜਾਣਾ। ਭਾਗ ਸੱਸਾ, ਯਿਸੂ ਨਾਲ ਇਕੱਲੀ ਔਰਤ। ਨੰਬਰ 3, ਸਾਡੀਆਂ ਜ਼ਿੰਦਗੀਆਂ ਵਿੱਚ ਇਸ ਦੀ ਪ੍ਰਸੰਗਤਾ। ਭਾਗ ਊੜਾ, ਸਭ ਤੋਂ ਬੁਰੇ ਪਾਪੀ ਅਕਸਰ ਸਭ ਤੋਂ ਵੱਡੇ ਦੋਸ਼ ਲਾਉਣ ਵਾਲੇ ਹੁੰਦੇ ਹਨ। ਭਾਗ ਐੜਾ, ਧਰਮ ਤੁਹਾਨੂੰ ਸਵਰਗ ਵਿੱਚ ਨਹੀਂ ਲੈ ਕੇ ਜਾਵੇਗਾ ਅਤੇ ਕੋਈ ਖਾਸ ਪਾਪ ਤੁਹਾਨੂੰ ਇਸ ਤੋਂ ਬਾਹਰ ਨਹੀਂ ਰੱਖਣਗੇ। ਭਾਗ ਈੜੀ, ਪਰਮੇਸ਼ਰ ਸਭ ਤੋਂ ਬੁਰੇ ਨੂੰ ਲੈ ਕੇ ਇਸ ਨੂੰ ਬਿਹਤਰੀਨ ਵਿੱਚ ਬਦਲਣਾ ਪਸੰਦ ਕਰਦਾ ਹੈ। ਅਸੀਂ ਇਹਨਾਂ ਸ਼ਬਦਾਂ ਨੂੰ ਯਹੂਨਾ 8 ਅਧਿਆਇ ਉਸ ਦੀਆਂ ਪਹਿਲੀਆਂ 11 ਐਤਾਂ ਵਿੱਚ ਪੜ੍ਹਦੇ ਹਾਂ। ਫਿਰ ਹਰੇਕ ਆਪੋ ਆਪਣੇ ਘਰ ਗਿਆ, ਪਰ ਯਿਸੂ ਜੈਤੂਨ ਦੇ
ਪਹਾੜ ਨੂੰ ਸਿਧਾਰਿਆ ਅਤੇ ਸਵੇਰ ਨੂੰ ਉਹ ਹੈਕਲ ਵਿੱਚ ਫਿਰ ਆਇਆ ਅਤੇ ਸਭ ਲੋਕ ਉਹਦੇ ਕੋਲ ਆਏ ਔਰ ਉਹ ਬੈਠ ਕੇ ਉਹਨਾਂ ਨੂੰ ਉਪਦੇਸ਼ ਦੇਣ ਲੱਗਾ। ਤਾਂ ਗ੍ਰੰਥੀ ਅਤੇ ਫਰੀਸੀ ਇੱਕ ਤੀਵੀਂ ਨੂੰ ਲਿਆਏ ਜਿਹੜੀ ਜਨਾਹ ਵਿੱਚ ਫੜੀ ਗਈ ਸੀ ਅਤੇ ਉਸ ਨੂੰ ਵਿਚਕਾਰ ਖੜੀ ਕਰਕੇ ਉਹਨੂੰ ਕਿਹਾ, ਗੁਰੂ ਜੀ, ਇਹ ਤੀਵੀਂ ਠੀਕ ਜਨਾਹ ਦੇ ਵੇਲੇ ਫੜੀ ਗਈ ਹੈ ਅਤੇ ਮੂਸਾ ਨੇ ਤੁਰੇਤ ਵਿੱਚ ਸਾਨੂੰ ਹੁਕਮ ਦਿੱਤਾ ਹੈ ਜੋ ਇਹੋ ਜਿਹੀਆਂ ਨੂੰ ਪੱਥਰਾਂ ਨਾਲ ਮਾਰ ਸਿਟੋ। ਫਿਰ ਤੂੰ ਇਹਦੇ ਹੱਕ ਵਿੱਚ ਕੀ ਆਖਦਾ ਹੈ? ਪਰ ਉਹਨਾਂ ਨੇ ਉਹਦੇ ਪ੍ਰਤਿਆਉਣ ਲਈ ਇਹ ਗੱਲ ਕਹੀ ਸੀ, ਭਾਈ ਉਸ ਉੱਤੇ ਊਜ ਲਾਉਣ ਦਾ ਮੌਕਾ ਮਿਲੇ। ਤਾਂ ਯਿਸੂ ਹੇਠਾਂ ਨਿਉ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ। ਜਾਂ ਉਹ ਉਸ ਤੋਂ ਪੁੱਛੀ ਗਈ ਤਾਂ ਉਹਨੇ ਸਿੱਧੇ ਹੋ ਕੇ ਉਹਨਾਂ ਨੂੰ ਆਖਿਆ ਕਿ ਜਿਹੜਾ ਤੁਹਾਡੇ ਵਿੱਚੋਂ ਨਿਰਦੋਸ਼ ਹੋਵੇ ਉਹ ਪਹਿਲਾਂ ਉਸ ਨੂੰ ਪੱਥਰ ਮਾਰੇ। ਫਿਰ ਹੇਠਾਂ ਨਿਉ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ। ਇਹ ਸੁਣ ਕੇ ਕਿ ਉਹ ਵੱਡਿਆਂ ਤੋਂ ਲੈ ਕੇ ਛੋਟਿਆਂ ਤੀਕਰ ਇੱਕ ਇੱਕ ਕਰਕੇ ਨਿਕਲ ਗਏ ਅਤੇ ਯਿਸੂ ਇਕੱਲਾ ਰਹਿ ਗਿਆ ਹੈ ਅਤੇ ਉਹ ਤੀਵੀਂ ਵਿਚਕਾਰ ਖੜੀ ਰਹੀ। ਤਾਂ ਯਿਸੂ ਨੇ ਸਿੱਧੇ ਹੋ ਕੇ ਉਹਨੂੰ ਆਖਿਆ, ਹੇ ਤ੍ਰੀਮਤ, ਉਹ ਕਿੱਥੇ ਹਨ? ਕੀ ਕਿਸੇ ਨੇ ਤੇਰੇ ਉੱਤੇ ਸਜ਼ਾ ਦਾ ਹੁਕਮ ਨਹੀਂ ਦਿੱਤਾ? ਉਹ ਬੋਲੀ, ਪ੍ਰਭੂ ਜੀ, ਕਿਸੇ ਨੇ ਵੀ ਨਹੀਂ। ਤਾਂ ਯਿਸੂ ਨੇ ਕਿਹਾ, ਮੈਂ ਵੀ ਨਹੀਂ ਦਿੰਦਾ, ਜਾ ਏਦੂ ਅੱਗੋਂ ਪਾਪ ਨਾ ਕਰੀ। ਇਹ ਹੈ ਉਸ ਔਰਤ ਬਾਰੇ ਬਾਈਬਲ ਦਾ ਵੇਰਵਾ ਜਿਹੜੀ ਜਨਾਹ ਵਿੱਚ ਫੜੀ ਗਈ ਸੀ। ਫਿਰ ਸਾਡੇ ਸੰਦੇਸ਼ਾਂ ਦੀ ਲੜੀ ਜਿਸ ਦਾ ਸਿਰਲੇਖ ਲੋਕ ਜਿਨ੍ਹਾਂ ਦੀ ਮੁਲਾਕਾਤ ਯਿਸੂ ਨਾਲ ਹੋਈ। ਅੱਜ ਅਸੀਂ ਉਸ ਔਰਤ ਬਾਰੇ ਵੇਖਣ ਜਾ ਰਹੇ ਹਾਂ ਜਿਹੜੀ ਯਿਸੂ ਨੂੰ ਮਿਲੀ ਅਤੇ ਹਮੇਸ਼ਾ ਲਈ ਬਦਲ ਗਈ। ਕਹਾਣੀ ਜਿਹੜੀ ਅੱਜ ਅਸੀਂ ਪੜ੍ਹ ਰਹੇ ਹਾਂ ਯਿਸੂ ਦੀ ਸੇਵਕਾਈ ਦੇ ਸਮੇਂ ਦੀ ਹੈ, ਜਦੋਂ ਲੋਕਾਂ ਵਿੱਚ ਉਹਦੀ ਲੋਕਪ੍ਰਿਯਤਾ ਕਾਫੀ ਵੱਧ ਚੁੱਕੀ ਸੀ। ਉਹ ਜਿੱਥੇ ਕਿਤੇ ਵੀ ਜਾਂਦਾ ਸੀ ਭੀੜਾਂ ਇਕੱਠੀਆਂ ਹੋ ਜਾਂਦੀਆਂ ਸਨ ਅਤੇ ਜੋ ਕੁਝ ਵੀ ਉਹ ਕਰਦਾ ਸੀ ਉਸ ਨਾਲ ਸਰੋਤੇ ਆਕਰਸ਼ਿਤ ਹੋ ਜਾਂਦੇ ਸਨ। ਜਦੋਂ ਉਸ ਦੀ ਲੋਕਪ੍ਰਿਯਤਾ ਵੱਧਦੀ ਗਈ ਤਾਂ ਉਸ ਦੇ ਪ੍ਰਤੀ ਫਰੀਸੀ, ਗ੍ਰੰਥੀ ਅਤੇ ਸਦੂਕੀਆਂ ਦੀ ਨਫ਼ਰਤ ਵੀ ਓਨੀ ਹੀ ਵੱਧਦੀ ਗਈ। ਉਹ ਕਈ ਕਾਰਨਾਂ ਕਰਕੇ ਉਸ ਦੇ ਦੁਸ਼ਮਣ ਬਣ ਗਏ ਸਨ। ਸਭ ਤੋਂ ਪਹਿਲਾਂ ਯਿਸੂ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਧਾਰਮਿਕ ਰੀਤਾਂ ਦੀ ਨਿੰਦਾ ਕੀਤੀ ਸੀ। ਇੱਕ ਮੌਕੇ ਤੇ ਉਸਨੇ ਉਹਨਾਂ ਦੀ ਬਾਹਰੀ ਮਰਿਆਦਾ ਜਿਸ ਦਾ ਉਹ ਬਹੁਤ ਘਮੰਡ ਕਰਦੇ ਸਨ ਅਤੇ ਅੰਦਰੂਨੀ ਬੁਰਾਈ ਜਿਸ ਨੂੰ ਉਹ ਜ਼ਾਹਿਰ ਕਰਦੇ ਸਨ ਬਾਰੇ ਗੱਲਬਾਤ ਕਰਦਿਆਂ ਉਹਨਾਂ ਨੂੰ ਮੁਰਦਿਆਂ ਦੀਆਂ ਸਫੇਦੀ ਕੀਤੀਆਂ ਹੋਈਆਂ ਕਬਰਾਂ ਕਿਹਾ। ਉਹ ਗ੍ਰੰਥੀ ਅਤੇ ਫਰੀਸੀਆਂ ਦਾ ਪਸੰਦੀਦਾ ਨਹੀਂ ਸੀ ਅਤੇ ਉਹ ਉਸ ਦੇ ਪ੍ਰਭਾਵ ਨੂੰ ਖਤਮ ਕਰਨ ਅਤੇ ਉਹਨਾਂ ਦੇ ਸਮਾਜ ਵਿੱਚ ਉਸ ਨੂੰ ਹੋਰ ਪ੍ਰਭਾਵ ਬਣਾਉਣ ਤੋਂ ਰੋਕਣ ਲਈ ਹਰ ਤਰੀਕਾ ਲੱਭ ਰਹੇ ਸਨ। ਇਸ ਲਈ ਜਦੋਂ ਉਹ ਹੈਕਲ ਵਿੱਚ ਸਿਖਾ ਰਿਹਾ ਸੀ, ਗ੍ਰੰਥੀ ਅਤੇ ਫਰੀਸੀ ਉਸ ਸਾਹਮਣੇ ਇੱਕ ਔਰਤ ਨੂੰ ਲਿਆਏ ਅਤੇ ਉਸ ਤੇ ਮੂਸਾ ਦੀ ਸ਼ਰ੍ਹਾ ਦਾ 7ਵਾਂ ਹੁਕਮ ਤੋੜਨ ਦਾ ਦੋਸ਼ ਲਾਇਆ। ਉਹਨਾਂ ਨੇ ਮੂਸਾ ਦੀ ਸ਼ਰ੍ਹਾ ਦਾ ਹਵਾਲਾ ਦਿੱਤਾ ਅਤੇ ਉਹਨਾਂ ਨੇ ਨਿਆਂ ਲਈ ਯਿਸੂ ਅੱਗੇ ਆਪਣਾ ਮੁਕੱਦਮਾ ਪੇਸ਼ ਕੀਤਾ। ਅੱਜ ਦੇ ਮੁੱਖ ਵਚਨਾਂ ਵਿੱਚ ਐਤ 6 ਮੁਤਾਬਕ ਉਹ ਉਸ ਉੱਤੇ ਊਜ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਯਿਸੂ ਨੂੰ ਗੱਲਾਂ ਵਿੱਚ ਥੜਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਉਸ ਨੂੰ ਦੁਬੋਧਾ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਆਪਣੇ ਮਕਸਦ ਲਈ ਇੱਕ ਔਰਤ ਦੇ ਟੁੱਟੇਪਣ ਨੂੰ ਵੀ ਵਰਤਣ ਤੋਂ ਪਰਹੇਜ਼ ਨਹੀਂ ਕੀਤਾ। ਨੰਬਰ 1, ਗ੍ਰੰਥੀਆਂ ਅਤੇ ਫਰੀਸੀਆਂ ਦਾ ਦੋਸ਼। ਅਸੀਂ ਮੂਲ ਪਾਠ ਵਿੱਚੋਂ ਐਤ 3 ਤੋਂ ਸ਼ੁਰੂ ਕਰਦਿਆਂ ਗ੍ਰੰਥੀ ਅਤੇ ਫਰੀਸੀਆਂ ਦੁਆਰਾ ਲਾਇਆ ਜਾਣ ਵਾਲਾ ਦੋਸ਼ ਵੇਖਦੇ ਹਾਂ। ਜੇ ਤੁਸੀਂ ਨਵੇਂ ਨੇਮ ਦੀ ਵਿਦਿਆਰਥੀ ਹੋ ਤਾਂ ਤੁਸੀਂ ਜਾਣ ਜਾਵੋਗੇ ਕਿ ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਉਹ ਯਿਸੂ ਦੇ ਪਿੱਛੇ ਆਏ ਤੇ ਉਸ ਦੀ ਗਲਤੀ ਫੜਨ ਦੀ ਕੋਸ਼ਿਸ਼ ਕੀਤੀ। ਉਹ ਉਸ ਨੂੰ ਹਮੇਸ਼ਾ ਉਸ ਸਥਿਤੀ ਵਿੱਚ ਲਿਆਉਣਾ ਚਾਹੁੰਦੇ ਸਨ ਜਿੱਥੇ ਉਹ ਕੋਈ ਗਲਤ ਗੱਲ ਕਹੇ ਜਾਂ ਕੋਈ ਗਲਤ ਗੱਲ ਕਰੇ ਅਤੇ ਉਹ ਉਸ ਨੂੰ ਇੱਕ ਪ੍ਰਭਾਵਸ਼ਾਲੀ ਖਿਡਾਰੀ ਵਜੋਂ ਇੱਕੋ ਹੀ ਵਾਰ ਵਿੱਚ ਹੀ ਤਬਾਹ ਕਰ ਸੁੱਟਣਾ ਚਾਹੁੰਦੇ ਸਨ। ਜੋ ਤੁਹਾਡੀ ਗਲਤੀ ਫੜਨਾ ਚਾਹੁੰਦੇ ਹੋਵੇ ਉਸ ਦੇ ਨਿਸ਼ਾਨੇ ਤੇ ਆਉਣਾ ਖੌਫਨਾਕ ਹੈ। ਇੱਕ ਮੌਕੇ ਤੇ ਉਹਨਾਂ ਯਿਸੂ ਦੀ ਗਲਤੀ ਫੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੇ ਉਸ ਅੱਗੇ ਕਿਆਮਤ ਬਾਰੇ ਕੁਝ ਸਵਾਲ ਰੱਖੇ। ਉਹਨਾਂ ਨੇ ਇੱਕ ਔਰਤ ਬਾਰੇ ਇੱਕ ਮਨ ਘੜਤ ਕਹਾਣੀ ਬਣਾਈ ਜਿਸ ਨੇ 7 ਭਰਾਵਾਂ ਨਾਲ ਵਿਆਹ ਕੀਤਾ ਸੀ। ਉਸ ਨੇ ਇੱਕ ਤੋਂ ਬਾਅਦ ਦੂਜੇ ਨਾਲ ਵਿਆਹ ਕੀਤਾ ਅਤੇ ਉਹ ਸਾਰੇ ਮਰ ਗਏ ਅਤੇ ਉਹਨਾਂ ਵਿੱਚੋਂ ਕੋਈ ਵੀ ਉਸ ਨੂੰ ਔਲਾਦ ਨਹੀਂ ਦੇ ਸਕਿਆ। ਅਤੇ ਇਹੋ ਜਿਹੀ ਮਨ ਘੜਤ ਕਹਾਣੀ ਬਣਾ ਕੇ ਉਹਨਾਂ ਯਿਸੂ ਨੂੰ ਸਵਾਲ ਪੁੱਛਿਆ, ਕਿਆਮਤ ਵਿੱਚ ਉਹ ਕਿਸ ਦੀ ਪਤਨੀ ਹੋਏਗੀ? ਇਸ ਲਈ ਥੋੜ੍ਹਾ ਜਿਹਾ ਸੋਚਣ ਦੀ ਲੋੜ ਹੈ ਕਿ ਨਹੀਂ? ਦਿਲਚਸਪ ਗੱਲ ਹੈ ਕਿ ਯਿਸੂ ਨੇ ਉਹਨਾਂ ਦਾ ਜਵਾਬ ਨਹੀਂ ਦਿੱਤਾ। ਮੱਤੀ ਦੀ ਅੰਜੀਲ 22 ਦੇ ਸ਼ਬਦਾਂ ਵਿੱਚ ਯਿਸੂ ਨੇ ਸਿਰਫ ਇੰਨਾ ਕਿਹਾ, ਤੁਸੀਂ ਕਿਤਾਬਾਂ ਔਰ ਪਰਮੇਸ਼ਰ ਦੀ ਸਾਮਰਥ ਨੂੰ ਨਾ ਜਾਣ ਕੇ ਭੁੱਲ ਵਿੱਚ ਪਏ ਹੋ। ਉਹ ਉਸ ਨੂੰ ਨਾ ਫਸਾ ਸਕੇ। ਇੱਕ ਹੋਰ ਮੌਕੇ ਤੇ ਉਹਨਾਂ ਨੇ ਉਸ ਨੂੰ ਟੈਕਸ ਜਾਂ ਜਜ਼ੀਆ ਦੇ ਸਵਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ।
ਉਹ ਉਸ ਕੋਲ ਇੱਕ ਸਿੱਕਾ ਲਿਆਏ ਅਤੇ ਕਿਹਾ, ਇਹ ਕਿਸ ਨੂੰ ਦੇਣ ਦੇ ਯੋਗ ਹੈ। ਤਾਂ ਵੀ ਕੋਈ ਸਹੀ ਜਵਾਬ ਨਹੀਂ ਸੀ। ਸੋ ਯਿਸੂ ਨੇ ਉਹਨਾਂ ਨੂੰ ਮੱਤੀ ਦੀ ਇੰਜੀਲ 22:21 ਦੇ ਸ਼ਬਦਾਂ ਵਿੱਚ ਜਵਾਬ ਦਿੱਤਾ, ਜਿਹੜੀਆਂ ਚੀਜ਼ਾਂ ਕੇਸਰ ਦੀਆਂ ਹਨ ਉਹ ਕੇਸਰ ਨੂੰ ਦਿਓ, ਅਤੇ ਜਿਹੜੀਆਂ ਚੀਜ਼ਾਂ ਪਰਮੇਸ਼ਰ ਦੀਆਂ ਹਨ ਉਹ ਪਰਮੇਸ਼ਰ ਨੂੰ ਦਿਓ। ਉਸ ਕੋਲ ਉਹਨਾਂ ਦੀ ਹਰ ਚਾਲ ਦਾ ਜਵਾਬ ਸੀ ਜਿਸ ਵਿੱਚ ਉਹ ਉਸ ਨੂੰ ਫਸਾਉਣਾ ਚਾਹੁੰਦੇ ਸਨ। ਪਰ ਇਹ ਉਹਨਾਂ ਜਾਲਸਾਜ਼ੀ ਦੀਆਂ ਸਾਰੀਆਂ ਕੋਸ਼ਿਸ਼ਾਂ ਵਿੱਚੋਂ ਸਭ ਤੋਂ ਗੰਭੀਰ ਸੀ। ਇੱਥੇ ਯੂਹੰਨਾ 8 ਵਿੱਚ ਇਹ ਹੋ ਰਿਹਾ ਹੈ। ਸੂਰਜ ਡੁੱਬ ਰਿਹਾ ਹੈ ਅਤੇ ਬਾਹਰ ਰੋਸ਼ਨੀ ਵੀ ਫਿੱਕੀ ਹੁੰਦੀ ਜਾ ਰਹੀ ਹੈ। ਯਿਸੂ ਬੈਠਾ ਹੋਇਆ ਹੈ ਅਤੇ ਲੋਕਾਂ ਦੇ ਇੱਕ ਝੁੰਡ ਨੂੰ ਸਿਖਾ ਰਿਹਾ ਹੈ, ਜਦੋਂ ਅਚਾਨਕ ਗੁੰਡਿਆਂ ਦਾ ਇੱਕ ਝੁੰਡ ਰੌਲਾ ਪਾਉਂਦਾ ਅਤੇ ਧੱਕੇ ਮਾਰਦਾ ਇੱਕ ਔਰਤ ਨੂੰ ਘਸੀਟਦੇ ਹੋਇਆ ਲਿਆਇਆ, ਜ਼ਬਰਦਸਤੀ ਸਭਾ ਵਿੱਚ ਵੜ ਆਇਆ ਅਤੇ ਉਸ ਔਰਤ ਨੂੰ ਯਿਸੂ ਅੱਗੇ ਲਿਆ ਖੜਾ ਕੀਤਾ। ਇਹ ਔਰਤ ਜਨਾਹ ਵਿੱਚ ਫੜੀ ਗਈ ਹੈ ਅਤੇ ਉਹ ਉਸ ਔਰਤ ਨੂੰ ਇਸ ਲਈ ਯਿਸੂ ਕੋਲ ਨਹੀਂ ਲਿਆ ਰਹੇ ਕਿਉਂਕਿ ਉਹ ਜਨਾਹਕਾਰੀ ਨੂੰ ਨਫ਼ਰਤ ਕਰਦੇ ਹਨ। ਉਹ ਇਸ ਔਰਤ ਨੂੰ ਇਸ ਲਈ ਯਿਸੂ ਕੋਲ ਨਹੀਂ ਲਿਆ ਰਹੇ ਕਿਉਂਕਿ ਉਹ ਇਸ ਔਰਤ ਨੂੰ ਨਫ਼ਰਤ ਕਰਦੇ ਹਨ। ਉਹ ਇਸ ਔਰਤ ਨੂੰ ਇਸ ਲਈ ਯਿਸੂ ਕੋਲ ਨਹੀਂ ਲਿਆ ਰਹੇ ਕਿਉਂਕਿ ਉਹ ਧਾਰਮਿਕਤਾ ਨੂੰ ਪਸੰਦ ਕਰਦੇ ਹਨ, ਪਰ ਇਸ ਲਈ ਕਿਉਂਕਿ ਉਹ ਯਿਸੂ ਨੂੰ ਨਫ਼ਰਤ ਕਰਦੇ ਹਨ ਅਤੇ ਉਹ ਇੰਨੇ ਨੀਚ ਹਨ ਕਿ ਉਹ ਇਸ ਵਿਚਾਰੀ ਔਰਤ ਨੂੰ, ਜਿਹੜੀ ਆਪਣੀ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ ਵਿੱਚ ਹੈ, ਉਸ ਨੂੰ ਲੈ ਕੇ ਚਿੜੀਏ ਦੇ ਪੱਤੇ ਵਜੋਂ, ਜਿਸ ਨਾਲ ਉਹਨਾਂ ਯਿਸੂ ਨੂੰ ਜੋੜਨਾ ਹੈ, ਬਰਤਨ ਦੇ ਚਾਹਵੰਦ ਹਨ। ਯੂਹੰਨਾ 8 ਦੀਆਂ 3 ਤੇ 5 ਐਤਾਂ ਕਹਿੰਦੀਆਂ ਹਨ, ਤਾਂ ਗ੍ਰੰਥੀਆਂ ਅਤੇ ਫਰੀਸੀਆਂ ਇੱਕ ਤੀਵੀਂ ਨੂੰ ਲਿਆਏ ਅਤੇ ਜਿਹੜੀ ਜਨਾਹ ਵਿੱਚ ਫੜੀ ਗਈ ਸੀ ਅਤੇ ਉਸ ਨੂੰ ਵਿਚਕਾਰ ਖੜੀ ਕਰਕੇ ਉਹਨੂੰ ਕਿਹਾ, ਗੁਰੂ ਜੀ, ਇਹ ਤੀਵੀਂ ਠੀਕ ਜਨਾਹ ਦੇ ਵੇਲੇ ਫੜੀ ਗਈ ਹੈ ਅਤੇ ਮੂਸਾ ਨੇ ਤੁਰੇਤ ਵਿੱਚ ਸਾਨੂੰ ਹੁਕਮ ਦਿੱਤਾ ਹੈ, ਜੋ ਇਹੋ ਜਿਹੀਆਂ ਨੂੰ ਪੱਥਰ ਨਾਲ ਮਾਰ ਸਿਟੋ। ਫਿਰ ਤੂੰ ਇਹਦੇ ਹੱਕ ਵਿੱਚ ਕੀ ਆਖਦਾ ਹੈ? ਉਹਨਾਂ ਨੂੰ ਯਕੀਨ ਸੀ ਕਿ ਇਸ ਵਾਰ ਉਹਨਾਂ ਯਿਸੂ ਨੂੰ ਫਸਾ ਲਿਆ ਹੈ, ਕਿਉਂਕਿ ਤੁਸੀਂ ਵੇਖੋ, ਜੇ ਉਹ ਸ਼ਰ੍ਹਾ ਦੇ ਮੁਤਾਬਕ ਕਹਿੰਦੇ ਕਿ ਇਸ ਨੂੰ ਪੱਥਰ ਮਾਰਨੇ ਚਾਹੀਦੇ ਹਨ, ਉਹ ਇਸ ਵੇਲੇ ਰੋਮੀ ਅਧਿਕਾਰ ਖੇਤਰ ਵਿੱਚ ਦਾਖਲ ਹੋਇਆ ਸੀ, ਜਿਹੜੇ ਇਸ ਤਰ੍ਹਾਂ ਕਰਨ ਦਾ ਅਧਿਕਾਰ ਨਹੀਂ ਦਿੰਦੇ ਸਨ, ਕਿਉਂਕਿ ਇਹ ਰੋਮੀ ਇਲਾਕਾ ਸੀ। ਉਹ ਆਪਣੇ ਹੀ ਸ਼ਬਦਾਂ ਦੀ ਘੱਟੋ ਘੱਟ ਉਹਨਾਂ ਦੇ ਮਨਾਂ ਦੇ ਮੁਤਾਬਕ ਉਲੰਘਣਾ ਕਰਦੇ ਜੋ ਉਸਦੇ ਆਪਣੇ ਮੂੰਹ ਵਿੱਚੋਂ ਨਿਕਲੇ ਸਨ, ਕਿਉਂਕਿ ਇਹ ਉਹੀ ਯਿਸੂ ਸੀ ਜਿਸ ਨੇ ਕਿਹਾ ਸੀ, ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠਾਂ ਦੱਬੇ ਹੋਇਓ, ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ। ਇਹੋ ਜਿਹਾ ਕੋਮਲ ਸ਼ਬਦ ਬੋਲਣ ਵਾਲਾ ਬੰਦਾ ਕਿਸ ਨੂੰ ਪੱਥਰ ਮਾਰਨ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ? ਦੂਜੇ ਪਾਸੇ ਜੋ ਉਹ ਕਹਿੰਦਾ, ਇਸ ਨੂੰ ਜਾਣ ਦਿਓ, ਉਸ ਨੂੰ ਸਜ਼ਾ ਨਾ ਦਿਓ, ਤਾਂ ਉਹ ਸ਼ਰ੍ਹਾ ਦੀ ਉਲੰਘਣਾ ਕਰਦਾ ਅਤੇ ਉਹ ਸਾਰੇ ਯਿਸੂ ਨੂੰ ਪੱਥਰ ਮਾਰਦੇ, ਕਿਉਂਕਿ ਉਹ ਸਾਰੇ ਆਪਣੀਆਂ ਜੇਬਾਂ ਵਿੱਚ ਪੱਥਰ ਲੈ ਕੇ ਆਏ ਹੋਏ ਸਨ। ਹੁਣ ਮੈਂ ਸੋਚਦਾ ਹਾਂ ਕਿ ਇਹ ਚੰਗਾ ਹੋਵੇਗਾ ਕਿ ਮੈਂ ਅੱਜ ਸਾਰਿਆਂ ਨੂੰ ਚੇਤੇ ਕਰਾਵਾਂ ਕਿ ਸ਼ਰ੍ਹਾ ਵਿੱਚ ਜਨਾਹਕਾਰੀ ਕਰਨਾ ਮਨਾ ਸੀ। ਕਿਸੇ ਨੇ ਕਿਹਾ ਕਿ ਸਾਡੇ ਲਈ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਉਹ 10 ਸੁਝਾਅ ਨਹੀਂ ਸਨ, ਉਹ 10 ਹੁਕਮ ਸਨ ਅਤੇ ਉਹਨਾਂ ਵਿੱਚੋਂ ਹੁਕਮ ਸੀ, ਤੂੰ ਜਨਾਹ ਨਾ ਕਰ। ਲੇਵੀਆ 20 ਅਧਿਆਇ 10 ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਤੇ ਉਹ ਮਨੁੱਖ ਜੋ ਕਿਸੇ ਹੋਰ ਮਨੁੱਖ ਦੀ ਵਹੁਟੀ ਨਾਲ ਯਾਰੀ ਜਨਾਹ ਕਰੇ, ਤਾਂ ਜਿਸ ਨੇ ਆਪਣੇ ਗੁਆਂਢੀ ਦੀ ਵਹੁਟੀ ਨਾਲ ਜਨਾਹਕਾਰੀ ਕੀਤੀ, ਯਾਰ ਜਾਂ ਜਨਾਨੀ ਜ਼ਰੂਰ ਵੱਢੇ ਜਾਣ। ਬਵਿਸਥਾ ਸਾਰ ਵਿੱਚ ਇਸ ਤਰ੍ਹਾਂ ਲਿਖਿਆ ਹੈ, ਜੋ ਕੋਈ ਮਨੁੱਖ ਕਿਸੇ ਵਿਆਹੀ ਹੋਈ ਤੀਵੀਂ ਨਾਲ ਜਨਾਹ ਕਰਦਾ ਹੋਇਆ ਪਾਇਆ ਜਾਏ, ਤਾਂ ਉਹ ਦੋਨੇ ਹੀ ਮਾਰ ਸੁੱਟੇ ਜਾਣ, ਅਰਥਾਤ ਉਹ ਮਨੁੱਖ ਜਿਹੜਾ ਉਸ ਤੀਵੀਂ ਨਾਲ ਪਿਆ ਹੋਇਆ ਪਾਇਆ ਜਾਵੇ ਅਤੇ ਉਹ ਤੀਵੀਂ, ਉਹ ਤੁਸੀਂ ਇਹ ਬੁਰਾਈ ਇਸਰਾਇਲ ਵਿੱਚੋਂ ਕੱਢ ਦਿਓ। ਬਵਿਸਥਾ ਸਾਰ 22 ਅਧਿਆਇ 22 ਵਚਨ। ਹੁਣ ਕਿਰਪਾ ਕਰਕੇ ਇਹ ਸਮਝ ਲਵੋ, ਅਸੀਂ ਸ਼ਰ੍ਹਾ ਦੇ ਅਧੀਨ ਨਹੀਂ ਰਹਿ ਰਹੇ ਹਾਂ। ਮੈਨੂੰ ਯਕੀਨ ਹੈ ਕਿ ਜਿਸ ਸਮੇਂ ਵਿੱਚ ਅਸੀਂ ਰਹਿ ਰਹੇ ਹਾਂ ਉਸ ਵਿੱਚ ਕੋਈ ਪਥਰਾਅ ਨਹੀਂ ਕਰਦਾ। ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਇਹ ਸਾਨੂੰ ਦੱਸਦਾ ਹੈ ਕਿ ਪਵਿੱਤਰਤਾਈ ਦਾ ਪੈਮਾਨਾ ਕੀ ਹੈ ਅਤੇ ਪਰਮੇਸ਼ਰ ਦਾ ਪੈਮਾਨਾ ਬਦਲਿਆ ਨਹੀਂ ਹੈ। ਉਹ ਹਾਲੇ ਵੀ ਮਰਦਾਂ ਅਤੇ ਔਰਤਾਂ ਨੂੰ ਪਵਿੱਤਰ ਰਹਿਣ, ਪਵਿੱਤਰ ਜੀਵਨ ਗੁਜ਼ਾਰਨ ਲਈ ਕਹਿੰਦਾ ਹੈ। ਉਹ ਮਾਫ ਕਰਦਾ ਹੈ ਅਤੇ ਕਿਰਪਾ ਬਖਸ਼ਦਾ ਹੈ। ਅਸੀਂ ਕਿਰਪਾ ਦੇ ਯੁੱਗ ਵਿੱਚ ਰਹਿ ਰਹੇ ਹਾਂ, ਪਰ ਕਈ ਵਾਰ ਮੈਨੂੰ ਡਰ ਲੱਗਦਾ ਹੈ ਕਿ ਜਦੋਂ ਅਸੀਂ ਕਿਰਪਾ ਦੀ ਗੱਲ ਕਰਦੇ ਹਾਂ, ਅਸੀਂ ਪਵਿੱਤਰ ਸ਼ਰ੍ਹਾ ਨੂੰ ਘੱਟ ਆਖਦੇ ਹਾਂ, ਜੋ ਸਾਨੂੰ ਪਰਮੇਸ਼ਰ ਦੀ ਸੰਪੂਰਨਤਾ ਦਾ ਪੈਮਾਨਾ ਵਿਖਾਉਣ ਲਈ ਦਿੱਤੀ ਗਈ ਹੈ। ਪਰਮੇਸ਼ਰ ਹਾਲੇ ਵੀ ਸਾਡੇ ਕੋਲੋਂ ਉਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨ ਦੀ ਉਮੀਦ ਕਰਦਾ ਹੈ। ਇਸ ਔਰਤ ਨੇ ਸ਼ਰ੍ਹਾ ਨੂੰ ਤੋੜਿਆ ਸੀ ਅਤੇ ਜੇ ਯਿਸੂ ਕਹਿੰਦਾ ਇਸ ਨੂੰ ਜਾਣ ਦਿਓ, ਉਸ ਨੂੰ ਸਜ਼ਾ ਨਾ ਦਿਓ, ਤਾਂ ਹੁਣ ਉਹ ਪੁਰਾਣੇ ਨੇਮ ਦੇ ਵਚਨਾਂ ਦੀ ਉਲੰਘਣਾ ਕਰਦਾ, ਜੋ ਕਹਿੰਦੇ ਸਨ ਕਿ ਉਸ ਨੂੰ ਪੱਥਰ ਮਾਰਨੇ ਚਾਹੀਦੇ ਸਨ। ਸੋ ਹੁਣ ਉਹ ਕੀ ਕਰੇਗਾ?
ਉਹਨਾਂ ਨੂੰ ਯਕੀਨ ਹੈ ਕਿ ਇਸ ਵਾਰੀ ਯਿਸੂ ਫਸ ਗਿਆ ਹੈ। ਇਸ ਚਾਲ ਵਿੱਚੋਂ ਨਿਕਲਣ ਦਾ ਕੋਈ ਰਾਸਤਾ ਨਹੀਂ ਹੈ। ਇਹ ਇਸ ਤਰ੍ਹਾਂ ਸੀ ਜਿਵੇਂ ਕਿ ਜੇ ਬੁੱਤ ਆਇਆ ਤਾਂ ਅਸੀਂ ਜਿੱਤਾਂਗੇ, ਜੇ ਚੈਨ ਆਇਆ ਤੇ ਅਸੀਂ ਹਾਰਾਂਗੇ। ਇਹ ਸੀ ਅਸਲ ਸਮੱਸਿਆ ਅਤੇ ਸਾਰ ਵਿੱਚ, ਅਤੇ ਇਹ ਇੱਕ ਲਾਜ਼ਮੀ ਸਮੱਸਿਆ ਹੈ ਜਿਸ ਦਾ ਅਸੀਂ ਸਾਰੇ ਸਾਹਮਣਾ ਕਰਾਂਗੇ ਜਦੋਂ ਅਸੀਂ ਸਰਵਸ਼ਕਤੀਮਾਨ ਪਰਮੇਸ਼ਰ ਬਾਰੇ ਗੱਲ ਕਰਦੇ ਹਾਂ। ਸਮੱਸਿਆ ਇਹ ਹੈ ਕਿ ਪਰਮੇਸ਼ਰ ਧਰਮੀ ਹੋ ਕੇ ਅਧਰਮੀ ਨੂੰ ਧਰਮੀ ਕਿਵੇਂ ਠਹਿਰਾ ਸਕਦਾ ਹੈ। ਰੋਮੀਓ 3:26 ਉਹ ਪਾਪੀ ਨੂੰ ਪਿਆਰ ਅਤੇ ਪਾਪ ਨੂੰ ਕਿਵੇਂ ਨਫ਼ਰਤ ਕਰ ਸਕਦਾ ਹੈ। ਇਹੀ ਸਮੱਸਿਆ ਹੈ ਜਿਸ ਦਾ ਸਾਨੂੰ ਪਰਮੇਸ਼ਰ ਦੇ ਲੋਕਾਂ ਨੂੰ ਆਪਣੀ ਜ਼ਿੰਦਗੀਆਂ ਵਿੱਚ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਪਰਮੇਸ਼ਰ ਦੇ ਪਵਿੱਤਰ ਪੈਮਾਨੇ ਨੂੰ ਕਾਇਮ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਅਸੀਂ ਪਾਪੀ ਨੂੰ ਪਿਆਰ ਅਤੇ ਪਾਪੀ ਨੂੰ ਨਫ਼ਰਤ ਕਿਵੇਂ ਕਰ ਸਕਦੇ ਹਾਂ? ਇਹ ਕੋਈ ਸੌਖੀ ਗੱਲ ਨਹੀਂ ਹੈ। ਇਹਨਾਂ ਲੋਕਾਂ ਦਾ ਵਾਹ ਪਰਮੇਸ਼ਰ ਨਾਲ ਪਿਆਰ ਸੀ ਅਤੇ ਉਹ ਵੇਖਣ ਲੱਗੇ ਸਨ ਕਿ ਪਰਮੇਸ਼ਰ ਕਿਵੇਂ ਕੰਮ ਕਰਦਾ ਹੈ ਜਦੋਂ ਉਹ ਜਾਲ ਵਿੱਚ ਫਸਿਆ ਹੁੰਦਾ ਹੈ। ਨੰਬਰ 2, ਯਿਸੂ ਦਾ ਜਵਾਬ। ਅਸੀਂ ਐਤ 6 ਤੋਂ ਅੱਗੇ ਇਹਨਾਂ ਦੋਸ਼ਾਂ ਪ੍ਰਤੀ ਯਿਸੂ ਦਾ ਜਵਾਬ ਵੇਖਦੇ ਹਾਂ। ਭਾਗ ਊੜਾ ਧਰਤੀ ਉੱਤੇ ਲਿਖਤ, ਐਤ 5 ਤੇ 6। ਸਭ ਤੋਂ ਪਹਿਲਾਂ ਅਸੀਂ ਧਰਤੀ ਉੱਤੇ ਲਿਖਤ ਨੂੰ ਵੇਖਦੇ ਹਾਂ। ਤਾਂ ਯਿਸੂ ਹਿਠਾਂ ਨਿਆਓ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ। ਜਿੱਥੋਂ ਤੱਕ ਮੈਂ ਜਾਣਦਾ ਹਾਂ, ਇਹ ਤੀਜਾ ਮੌਕਾ ਸੀ ਜਦੋਂ ਪਰਮੇਸ਼ਰ ਨੇ ਆਪਣੀ ਉਂਗਲ ਨਾਲ ਲਿਖਿਆ। ਕੀ ਤੁਸੀਂ ਇਹ ਗੱਲ ਜਾਣਦੇ ਸੀ? ਉਸ ਨੇ ਪੱਥਰ ਦੀਆਂ ਤਖਤੀਆਂ ਤੇ ਲਿਖਿਆ ਜਦੋਂ ਸਨਈ ਪਰਬਤ ਤੇ ਸ਼ਰ੍ਹਾ ਦਿੱਤੀ ਗਈ ਸੀ। ਇੱਕ ਵਾਰ ਦਾਨੀਏਲ ਦੀ ਪੁਸਤਕ ਮੁਤਾਬਕ ਜਦੋਂ ਬਲੈਸ਼ਰ ਦੇ ਘਰ ਦਾਵਤ ਵਿੱਚ ਚੱਲ ਰਹੀ ਸੀ, ਉਸ ਨੇ ਦਾਵਤ ਵਾਲੇ ਘਰ ਕੰਧ ਤੇ ਲਿਖਿਆ, ਤੂੰ ਤੱਕੜੀ ਵਿੱਚ ਤੋਲਿਆ ਗਿਆ ਤੇ ਘੱਟ ਨਿਕਲਿਆ। ਪਰ ਹੁਣ ਉਸ ਨੇ 2 ਵਾਰ ਨਿਉ ਕੇ ਆਪਣੀ ਉਂਗਲ ਨਾਲ ਧਰਤੀ ਤੇ ਲਿਖਿਆ। ਮੈਨੂੰ ਪਤਾ ਨਹੀਂ ਕਿ ਉਸ ਨੇ ਕੀ ਲਿਖਿਆ। ਕੁਝ ਲੋਕ ਦਲੀਲ ਦਿੰਦੇ ਹਨ ਕਿ ਉਸ ਨੇ ਧਰਤੀ ਤੇ ਇਸ ਲਈ ਲਿਖਿਆ ਤਾਂ ਕਿ ਉਹ ਜਵਾਬ ਸੋਚਣ ਲਈ ਸਮਾਂ ਜਾਇਆ ਕਰ ਸਕੇ। ਪਰ ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹੁੰਦਾ ਹਾਂ, ਇਹ ਪਰਮੇਸ਼ਰ ਦਾ ਪੁੱਤਰ ਸੀ। ਉਸ ਨੂੰ ਜਵਾਬ ਦੇਣ ਲਈ ਸੋਚਣ ਦੀ ਲੋੜ ਨਹੀਂ ਸੀ। ਕੁਝ ਕਹਿੰਦੇ ਹਨ ਕਿ ਇਹ ਉਸਨੇ ਇਸ ਲਈ ਕੀਤਾ ਕਿਉਂਕਿ ਉਹ ਚਾਹੁੰਦਾ ਸੀ ਕਿ ਦੋਸ਼ ਲਾਉਣ ਵਾਲੇ ਉਹਨਾਂ ਦੇ ਦੋਸ਼ ਨੂੰ ਦੁਹਰਾਉਣ। ਕੁਝ ਲੋਕ ਇਹ ਸੁਝਾਅ ਦਿੰਦੇ ਹਨ ਕਿ ਉਸ ਤੇ ਸ਼ਰਮਿੰਦਗੀ ਅਤੇ ਖੌਫ ਹਾਵੀ ਹੋ ਗਿਆ ਕਿ ਇਹ ਮਨੁੱਖ ਆਪਣੇ ਮਕਸਦ ਲਈ ਇਸ ਔਰਤ ਨੂੰ ਵਰਤ ਕੇ ਇਹੋ ਜਿਹੀ ਭਿਆਨਕ ਗੱਲ ਵੀ ਕਰ ਸਕਦੇ ਹਨ। ਮੈਂ ਨਹੀਂ ਜਾਣਦਾ ਕਿਉਂ, ਮੈਂ ਨਹੀਂ ਜਾਣਦਾ ਉਸਨੇ ਕੀ ਲਿਖਿਆ, ਪਰ ਮੈਂ ਇਹ ਗੱਲ ਜਾਣਦਾ ਹਾਂ ਕਿ ਇਹ ਜ਼ਰੂਰ ਸਭ ਤੋਂ ਭਿਆਨਕ ਚੁੱਪੀਆਂ ਵਿੱਚੋਂ ਇੱਕ ਸੀ ਜਿਸ ਨੂੰ ਦੁਨੀਆ ਨੇ ਜਾਣਿਆ। ਜਦੋਂ ਪਰਮੇਸ਼ਰ ਨੇ ਨਿਉ ਕੇ ਬਿਨਾਂ ਕੋਈ ਸ਼ਬਦ ਕਹੇ ਇਹਨਾਂ ਮਨੁੱਖਾਂ ਨੂੰ ਅਜਿਹਾ ਵਿਸ਼ਵਾਸ ਦਿਵਾ ਦਿੱਤਾ ਕਿ ਉਹ ਇਸ ਤੋਂ ਉੱਭਰ ਹੀ ਨਹੀਂ ਸਕੇ। ਭਾਗ ਐੜਾ ਦੋਸ਼ ਲਾਉਣ ਵਾਲਿਆਂ ਦੇ ਸ਼ਬਦ, ਐਤ 7 ਤੇ 8। ਫਿਰ ਉਸਨੇ ਦੋਸ਼ ਲਾਉਣ ਵਾਲਿਆਂ ਨੂੰ ਆਖਿਆ, ਅਸੀਂ ਇੱਥੇ ਪੜ੍ਹਦੇ ਹਾਂ। ਜਾਂ ਉਹ ਉਸ ਤੋਂ ਪੁੱਛੇ ਗਏ ਤਾਂ ਉਹਨੇ ਸਿੱਧੇ ਹੋ ਕੇ ਉਹਨਾਂ ਨੂੰ ਆਖਿਆ, ਜਿਹੜਾ ਤੁਹਾਡੇ ਵਿੱਚੋਂ ਨਿਰਦੋਸ਼ ਹੋਵੇ ਉਹ ਪਹਿਲਾਂ ਉਸ ਨੂੰ ਪੱਥਰ ਮਾਰੇ। ਫਿਰ ਹਿਠਾਂ ਨਿਉ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ। ਤੁਸੀਂ ਵਿਸ਼ਵਾਸ ਦੇ ਭਾਅ ਨੂੰ ਵੱਧਦਾ ਵੇਖ ਸਕਦੇ ਹੋ। ਕਿਸੇ ਨੇ ਸੁਝਾਅ ਦਿੱਤਾ ਹੈ ਕਿ ਜਦੋਂ ਯਿਸੂ ਦੂਜੀ ਵਾਰ ਨਿਉਆ, ਉਸਨੇ ਆਪਣੀ ਉਂਗਲ ਲਈ ਅਤੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਦੇ ਪਾਪ ਧਰਤੀ ਤੇ ਲਿਖ ਦਿੱਤੇ। ਉਹ ਸਭ ਖਲੋ ਕੇ ਵੇਖ ਰਹੇ ਸਨ ਕਿ ਯਿਸੂ ਕੀ ਕਰ ਰਿਹਾ ਹੈ। ਉਹ ਮਿੱਟੀ ਵਿੱਚ ਵੱਡਿਆਂ ਦੇ ਪਾਪ ਲਿਖ ਰਿਹਾ ਸੀ ਅਤੇ ਫਿਰ ਵੱਡਿਆਂ ਦੇ ਨਾਲ ਜੋ ਖੜੇ ਸਨ ਉਹਨਾਂ ਦੇ, ਕਿਉਂਕਿ ਇੱਥੇ ਕਿਹਾ ਗਿਆ ਹੈ ਕਿ ਇਹ ਸੁਣ ਕੇ ਉਹ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਇੱਕ ਇੱਕ ਕਰਕੇ ਨਿਕਲ ਗਏ। ਕੀ ਤੁਸੀਂ ਇਸ ਭਿਆਨਕ ਪਲ ਦੀ ਕਲਪਨਾ ਕਰ ਸਕਦੇ ਹੋ? ਕੀ ਤੁਸੀਂ ਅਜਿਹੀ ਥਾਂ ਤੇ ਹੋਣ ਦੀ ਕਲਪਨਾ ਕਰ ਸਕਦੇ ਹੋ ਜਿੱਥੇ ਕੋਈ ਤੁਹਾਡਾ ਪਾਪ ਜਾਣਦਾ ਹੋਵੇ ਅਤੇ ਤੁਸੀਂ ਸੋਚਦੇ ਹੋਵੋ ਕਿ ਕੋਈ ਨਹੀਂ ਜਾਣਦਾ, ਜਦ ਕਿ ਤੁਸੀਂ ਇੱਕ ਵਿਚਾਰੀ ਔਰਤ ਨੇ ਜੋ ਕੀਤਾ ਹੈ ਅਤੇ ਉਹ ਦੋਸ਼ੀ ਸੀ, ਉਹਦੇ ਖਿਲਾਫ ਦੋਸ਼ ਲੈ ਕੇ ਆਏ ਹੋ ਅਤੇ ਇਹ ਬੰਦਾ ਤੁਹਾਡੇ ਵੇਖਦਿਆਂ ਧਰਤੀ ਤੇ ਤੁਹਾਡੇ ਹੀ ਪਾਪ ਲਿਖਣਾ ਸ਼ੁਰੂ ਕਰ ਦੇਵੇ। ਤੁਸੀਂ ਜਿੰਨੀ ਛੇਤੀ ਹੋ ਸਕੇ ਉਹ ਜਗ੍ਹਾ ਤੋਂ ਨਿਕਲਣਾ ਚਾਹੋਗੇ। ਇਹਨਾਂ ਮਨੁੱਖਾਂ ਦੀਆਂ ਸਾਰੀਆਂ ਸਾਜ਼ਿਸ਼ ਅਤੇ ਯੋਜਨਾਵਾਂ ਅਤੇ ਯਿਸੂ ਨੂੰ ਬਰਬਾਦ ਕਰਨ ਵਾਲੇ ਰਵੱਈਏ ਸਰਵਸ਼ਕਤੀਮਾਨ ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਦੀ ਸ਼ਖਸੀਅਤ ਦੀ ਹਜ਼ੂਰੀ ਵਿੱਚ ਇੱਕ ਪਲ ਵਿੱਚ ਹੀ ਜਾਂਦੇ ਰਹੇ। ਮੈਨੂੰ 1-2 ਐਤਾਂ ਚੇਤੇ ਆ ਰਹੀਆਂ ਹਨ। ਰੋਮੀਓ 1:1 ਸੋ ਹੇ ਮਨੁੱਖੋ, ਤੂੰ ਭਾਵੇਂ ਕੋਈ ਹੋਵੇਂ ਜੋ ਦੋਸ਼ ਲਾਉਂਦਾ ਹੈ, ਤੇਰੇ ਲਈ ਕੋਈ ਉਜਰ ਨਹੀਂ, ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਏ ਉੱਤੇ ਦੋਸ਼ ਲਾਉਂਦਾ ਹੈ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ। ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਉਹੀ ਕੰਮ ਕਰਦਾ ਹੈ। ਮੱਤੀ 7:1 ਤੋਂ ਲੈ ਕੇ 5 ਤੱਕ। ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਵੀ ਦੋਸ਼
ਨਾ ਲਾਇਆ ਜਾਏ, ਕਿਉਂਕਿ ਜਿਸ ਨਿਉ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਹੀ ਨਾਲ ਤੁਹਾਡੇ ਉੱਤੇ ਵੀ ਦੋਸ਼ ਲਗਾਇਆ ਜਾਵੇਗਾ, ਅਤੇ ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ। ਅਤੇ ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈ, ਪਰ ਉਸ ਸ਼ੀਤਰ ਦੀ ਵੱਲ ਜੋ ਤੇਰੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ। ਉਹ ਉਸ ਔਰਤ ਦੇ ਖਿਲਾਫ ਇਸ ਲਈ ਨਿਉ ਨਹੀਂ ਚਾਹੁੰਦੇ ਸਨ ਕਿਉਂਕਿ ਉਹਨਾਂ ਨੂੰ ਉਸ ਦੀ ਪਰਵਾਹ ਸੀ, ਪਰ ਇਸ ਲਈ ਕਿਉਂਕਿ ਉਹ ਉਸ ਨੂੰ ਪ੍ਰਭੂ ਯਿਸੂ ਮਸੀਹ ਦੀ ਸ਼ਾਖ ਵਿੱਚ ਕਿੱਲ ਠੋਕਣ ਲਈ ਵਰਤਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਸ਼ ਲਾਉਣ ਵਾਲਿਆਂ ਲਈ ਉਸ ਦੇ ਸ਼ਬਦ ਭਾਗ ਈੜੀ, ਦੋਸ਼ ਲਾਉਣ ਵਾਲਿਆਂ ਦਾ ਨਿਕਲ ਜਾਣਾ ਅਤੇ ਫਿਰ ਦੋਸ਼ ਲਾਉਣ ਵਾਲਿਆਂ ਦਾ ਨਿਕਲ ਜਾਣਾ, ਇਹ ਕਹਿੰਦਾ ਹੈ। ਇਹ ਸੁਣ ਕੇ ਉਹ ਵੱਡਿਆਂ ਤੋਂ ਲੈ ਕੇ ਛੋਟਿਆਂ ਤਿੱਕਰ ਇੱਕ ਇੱਕ ਕਰਕੇ ਨਿਕਲ ਗਿਆ। ਉਹਨਾਂ ਦੇ ਜ਼ਮੀਰ ਤੇ ਚੋਟ ਪੁੱਜੀ। ਜ਼ਮੀਰ ਇੱਕ ਸ਼ਕਤੀਸ਼ਾਲੀ ਔਜ਼ਾਰ ਹੈ ਕਿ ਨਹੀਂ? ਇਸ ਸਮੇਂ ਵਿੱਚ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਬਹੁਤ ਸਾਰੇ ਜ਼ਮੀਰ ਇੰਜ ਲੱਗਦੇ ਹੈ ਕਿ ਗਰਮ ਲੋਹੇ ਨਾਲ ਕਠੋਰ ਕੀਤੇ ਗਏ ਹਨ, ਜਿਵੇਂ ਤਮੋਥੀਅਸ ਦੀ ਪੱਤਰੀ ਕਹਿੰਦੀ ਹੈ। ਪਰ ਉਹ ਜ਼ਮੀਰ ਜਿਸ ਨੂੰ ਪਰਮੇਸ਼ਰ ਸਾਡੇ ਅੰਦਰ ਵਰਤਦਾ ਹੈ ਅਤੇ ਕਈ ਵਾਰ ਪਵਿੱਤਰ ਆਤਮਾ ਦੀ ਸਾਮਰਥ ਦੁਆਰਾ ਸਾਨੂੰ ਉਸ ਧਾਰਮਿਕਤਾ ਕੋਲ ਲੈ ਕੇ ਆਉਂਦਾ ਹੈ ਜੋ ਇਸ ਨੂੰ ਨਾ ਮੰਨਣਯੋਗ ਔਜ਼ਾਰ ਬਣਾਉਂਦਾ ਹੈ। ਜਦੋਂ ਤੁਸੀਂ ਇਹ ਸੋਚਣਾ ਬੰਦ ਕਰ ਦਿੰਦੇ ਹੋ ਕਿ ਇਹ ਸਾਰੀ ਗੱਲ ਕਿਵੇਂ ਸ਼ੁਰੂ ਹੋਈ, ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਔਰਤ ਨੇ ਜੋ ਕੀਤਾ ਸੀ ਉਸ ਦੇ ਖਿਲਾਫ ਉਹਨਾਂ ਦੇ ਆਪਣੇ ਰਵੱਈਏ ਦੀ ਮਹੱਤਤਾ ਦੀ ਉਹਨਾਂ ਦੇ ਜ਼ਮੀਰ ਵਿੱਚ ਸ਼ੁਰੂਆਤ ਹੋਈ। ਮੈਂ ਇਸ ਨੂੰ ਲਗਭਗ ਇੱਕ ਨਾਟਕ ਦੀ ਤਰ੍ਹਾਂ ਹੀ ਸੋਚਦਾ ਹਾਂ। ਪਹਿਲਾ ਦ੍ਰਿਸ਼, ਯਿਸੂ ਹੈਕਲ ਵਿੱਚ ਸਿਖਾ ਰਿਹਾ ਹੈ। ਜਦੋਂ ਉਹ ਸਿਖਾ ਰਿਹਾ ਹੈ ਤਾਂ ਉਸ ਦੇ ਦੋਸਤ ਉਸ ਦੇ ਆਲੇ ਦੁਆਲੇ ਇਕੱਠੇ ਹੋ ਕੇ ਬੈਠੇ ਸਨ। ਪਹਿਲਾ ਦ੍ਰਿਸ਼ ਤੇ ਪਰਦਾ ਡਿੱਗਦਾ ਹੈ। ਦੂਜਾ ਦ੍ਰਿਸ਼, ਧਾਰਮਿਕ ਆਗੂ ਘੁੱਸ ਜਾਂਦੇ ਹਨ ਅਤੇ ਆਪਣੇ ਆਪਣੇ ਦੋਸ਼ ਲਾਉਂਦੇ ਹਨ, ਅਤੇ ਦੂਜਾ ਦ੍ਰਿਸ਼ ਤੇ ਵੀ ਪਰਦਾ ਡਿੱਗਦਾ ਹੈ। ਤੀਜਾ ਦ੍ਰਿਸ਼, ਯਿਸੂ ਉਹਨਾਂ ਦਾ ਸਾਹਮਣਾ ਕਰਦਾ ਹੈ ਅਤੇ ਇੱਕ ਇੱਕ ਕਰਕੇ ਉਹ ਮੰਚ ਤੋਂ ਚਲੇ ਜਾਂਦੇ ਹਨ ਅਤੇ ਮੰਚ ਤੇ ਯਿਸੂ ਅਤੇ ਇਸ ਔਰਤ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਭਾਗ ਸੱਸਾ, ਯਿਸੂ ਨਾਲ ਇਕੱਲੀ ਔਰਤ। ਚੌਥਾ ਦ੍ਰਿਸ਼, ਯਿਸੂ ਅਤੇ ਇਹ ਔਰਤ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ, ਜਦ ਕਿ ਉਹ ਚੇਲੇ ਜਿਹੜੇ ਉਸ ਦੀ ਸਿੱਖਿਆ ਨੂੰ ਸਭ ਤੋਂ ਪਹਿਲਾਂ ਸੁਣਨ ਲਈ ਆਏ ਸਨ, ਮੰਚ ਦੇ ਘੇਰੇ ਦੇ ਇਰਦ ਗਿਰਦ ਖੜੇ ਹਨ। ਇਹ ਇੱਕ ਅਨੋਖਾ ਪਲ ਹੈ। ਇਹ ਵੱਡੇ ਸਮੂਹ ਤੇ ਛੋਟੇ ਸਮੂਹ ਤੱਕ ਆ ਗਿਆ ਹੈ ਅਤੇ ਹੁਣ ਯਿਸੂ ਉੱਥੇ ਉਸ ਔਰਤ ਨਾਲ ਖੜਾ ਹੈ ਜਿਸ ਤੇ ਦੋਸ਼ ਲਗਾਇਆ ਗਿਆ ਸੀ। ਸਿਰਫ ਉਹ ਦੋਵੇਂ ਹੀ ਖੜੇ ਹਨ। ਇਹ ਦਿਲਚਸਪ ਹੈ ਕਿ ਜਦੋਂ ਮਨੁੱਖਾਂ ਨੇ ਆ ਕੇ ਯਿਸੂ ਨਾਲ ਗੱਲ ਕੀਤੀ, ਉਹਨਾਂ ਉਸ ਨੂੰ ਗੁਰੂ ਜੀ ਕਹਿ ਕੇ ਪੁਕਾਰਿਆ, ਪਰ ਜਦੋਂ ਉਹ ਔਰਤ ਬੋਲੀ ਉਸ ਨੇ ਉਹਨੂੰ ਪ੍ਰਭੂ ਜੀ ਕਹਿ ਕੇ ਪੁਕਾਰਿਆ। ਅਤੇ ਜਦ ਕਿ ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ ਇਹਦੇ ਵਿੱਚ ਕਾਹਦੀ ਗੱਲ ਹੈ, ਪਹਿਲਾ ਕਰੰਥੀਆਂ 12 ਅਧਿਆਇ 3 ਵਚਨ ਸਾਨੂੰ ਦੱਸਦਾ ਹੈ ਕਿ ਕੋਈ ਨਹੀਂ ਕਹਿ ਸਕਦਾ ਕਿ ਯਿਸੂ ਪ੍ਰਭੂ ਹੈ, ਪਰ ਨਿਰਾ ਪਵਿੱਤਰ ਆਤਮਾ ਦੇ ਰਾਹੀਂ। ਸੋ ਉਸ ਔਰਤ ਦੇ ਦਿਲ ਵਿੱਚ ਪਹਿਲਾਂ ਤੋਂ ਹੀ ਕੁਝ ਹੋ ਚੁੱਕਾ ਸੀ, ਇਸੇ ਲਈ ਉਹ ਜਾਣਦੀ ਸੀ ਕਿ ਉਸ ਦਾ ਬਾਗ ਕਿਸ ਨਾਲ ਪਿਆ ਹੈ। ਉਹ ਅੰਦਰੋਂ ਬਦਲਣਾ ਸ਼ੁਰੂ ਹੋ ਚੁੱਕੀ ਸੀ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੰਤ ਤੱਕ ਬਣੇ ਰਹੇ। ਅਸੀਂ ਜਾਣਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਇਸ ਪ੍ਰੋਗਰਾਮ ਤੋਂ ਲਾਭ ਵੀ ਮਿਲਿਆ ਹੋਵੇਗਾ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਯੂਹੰਨਾ ਦੀ ਅੰਜੀਲ ਦੇ 8 ਅਧਿਆਇ ਦੀ 1 ਆਇਤ ਤੋਂ ਲੈ ਕੇ 11 ਆਇਤ ਤੱਕ ਦੇ ਵਚਨਾਂ ਉੱਤੇ ਗੌਰ ਕਰ ਰਹੇ ਸੀ। ਇਨ੍ਹਾਂ ਵਚਨਾਂ ਦੇ ਵਿੱਚੋਂ ਅਸੀਂ ਜਿਨਾਕਾਰੀ ਦੇ ਵਿੱਚ ਫੜੀ ਗਈ ਇਸਤਰੀ ਦੇ ਬਾਰੇ ਗੱਲਬਾਤ ਕਰ ਰਹੇ ਸੀ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਦੀ ਲੋਕਪ੍ਰਿਯਤਾ ਲਗਾਤਾਰ ਵੱਧਦੀ ਜਾ ਰਹੀ ਸੀ, ਜਿਸ ਦੇ ਕਰਕੇ ਗ੍ਰੰਥੀ ਅਤੇ ਫਰੀਸੀਆਂ ਦੇ ਵਿੱਚ ਵੀ ਯਿਸੂ ਦੇ ਪ੍ਰਤੀ ਨਫ਼ਰਤ ਬਹੁਤ ਜ਼ਿਆਦਾ ਵੱਧ ਗਈ ਸੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਪ੍ਰਭੂ ਯਿਸੂ ਜੀ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਧਾਰਮਿਕ ਰੀਤੀ ਰਿਵਾਜਾਂ ਦੀਆਂ ਨਿੰਦਾ ਕੀਤੀ। ਅੱਜ ਅਸੀਂ ਗ੍ਰੰਥੀਆਂ ਅਤੇ ਫਰੀਸੀਆਂ ਦੇ ਦੋਸ਼ ਬਾਰੇ ਜਾਣਿਆ। ਗ੍ਰੰਥੀ ਅਤੇ ਫਰੀਸੀ ਹਮੇਸ਼ਾ ਇਸ ਤਾਕ ਵਿੱਚ ਰਹਿੰਦੇ ਸੀ ਕਿ ਪ੍ਰਭੂ ਯਿਸੂ ਜੀ ਨੂੰ ਕਿਸ ਤਰ੍ਹਾਂ ਫਸਾਇਆ ਜਾਏ ਅਤੇ ਉਹਨਾਂ ਦੇ ਉੱਤੇ ਦੋਸ਼ ਲਗਾਇਆ ਜਾਏ। ਫਿਰ ਅਸੀਂ ਦੋਸ਼ ਲਗਾਉਣ ਵਾਲਿਆਂ ਦੇ ਸ਼ਬਦਾਂ ਦੇ ਉੱਤੇ ਗੌਰ ਕੀਤਾ। ਪ੍ਰਭੂ ਯਿਸੂ ਜੀ ਨੇ ਕਿਹਾ
ਕਿ ਜਿਹੜਾ ਤੁਹਾਡੇ ਵਿੱਚੋਂ ਨਿਰਦੋਸ਼ ਹੋਵੇ ਉਹ ਇਸ ਇਸਤਰੀ ਨੂੰ ਪਹਿਲਾ ਪੱਥਰ ਮਾਰੇ। ਪ੍ਰਭੂ ਯਿਸੂ ਜੀ ਨੇ ਧਰਤੀ ਦੇ ਉੱਤੇ ਆਪਣੀ ਉਂਗਲੀ ਨਾਲ ਕੀ ਲਿਖਿਆ? ਪ੍ਰਭੂ ਯਿਸੂ ਜੀ ਉਸ ਭੀੜ ਦੇ ਵਿੱਚ ਸ਼ਾਮਿਲ ਹਰ ਇੱਕ ਵਿਅਕਤੀ ਦੇ ਪਾਪਾਂ ਨੂੰ ਆਪਣੀ ਉਂਗਲੀ ਦੇ ਨਾਲ ਉਸ ਧਰਤੀ ਦੇ ਉੱਤੇ ਲਿਖ ਰਹੇ ਸੀ, ਜਿਸ ਨੂੰ ਵੇਖ ਕੇ ਇੱਕ ਇੱਕ ਕਰਕੇ ਸਾਰੇ ਲੋਕ ਉਸ ਸਥਾਨ ਤੋਂ ਚਲੇ ਗਏ। ਫਿਰ ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਦੇ ਨਾਲ ਉਹ ਇਸਤਰੀ ਹੀ ਇਕੱਲੀ ਰਹਿ ਗਈ ਸੀ। ਅਸੀਂ ਜਾਣਿਆ ਕਿ ਜਦੋਂ ਲੋਕ ਉਸ ਇਸਤਰੀ ਨੂੰ ਪ੍ਰਭੂ ਯਿਸੂ ਜੀ ਦੇ ਕੋਲ ਲਿਆਏ ਤਾਂ ਉਹਨਾਂ ਨੂੰ ਗੁਰੂ ਜੀ ਕਹਿ ਕੇ ਬੋਲ ਰਹੇ ਸੀ। ਪਰ ਜਦੋਂ ਇਸ ਇਸਤਰੀ ਨੇ ਯਿਸੂ ਜੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਪ੍ਰਭੂ ਯਿਸੂ ਜੀ ਨੂੰ ਪ੍ਰਭੂ ਜੀ ਕਹਿ ਕੇ ਬੁਲਾਇਆ। ਇਸ ਤੋਂ ਪਤਾ ਚੱਲਦਾ ਕਿ ਉਹਨੇ ਜੀਵਨ ਦੇ ਵਿੱਚ ਉਹਦੇ ਇੱਕ ਬਦਲਾਵ ਸ਼ੁਰੂ ਹੋ ਗਿਆ ਸੀ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ ਅਤੇ ਇਸ ਦੇ ਬਾਕੀ ਦੇ ਬਚੇ ਹੋਏ ਹਿੱਸੇ ਨੂੰ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਜਾਰੀ ਰੱਖਾਂਗੇ। ਆਓ ਅਖੀਰ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਅੱਜ ਤੁਸੀਂ ਆਪਣੇ ਵਚਨ ਵਿੱਚੋਂ ਉਸ ਇਸਤਰੀ ਬਾਰੇ ਦੱਸਿਆ ਜੋ ਕਿ ਗੁਨਾਹ ਦੇ ਵਿੱਚ ਫੜੀ ਗਈ, ਵਿਅਭਿਚਾਰ ਦੇ ਵਿੱਚ ਫੜੀ ਗਈ, ਜਿੰਨੇਕਾਰੀ ਦੇ ਵਿੱਚ ਫੜੀ ਗਈ। ਔਰ ਪ੍ਰਭੂ ਜੀ, ਬਹੁਤ ਸਾਰੇ ਲੋਕ ਉਸ 'ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਗਾ ਰਹੇ ਸੀ। ਪਿਆਰੇ ਪਿਤਾ ਪਰਮੇਸ਼ਰ, ਤੁਸੀਂ ਉਸ ਇਸਤਰੀ 'ਤੇ ਦੋਸ਼ ਨਹੀਂ ਲਗਾਇਆ, ਬਲਕਿ ਉਹਨਾਂ ਲੋਕਾਂ ਨੂੰ ਜੋ ਤੁਹਾਡੀ ਪਰੀਖਿਆ ਲੈਣ ਆਏ ਸੀ ਉਹਨਾਂ ਨੂੰ ਕਿਹਾ ਕਿ ਜਿਹੜਾ ਕੋਈ ਵੀ ਤੁਹਾਡੇ ਵਿੱਚੋਂ ਨਿਰਦੋਸ਼ ਹੋਏ ਉਹ ਇਸ ਇਸਤਰੀ ਨੂੰ ਪਹਿਲਾ ਪੱਥਰ ਮਾਰੇ। ਇਸ ਤਰ੍ਹਾਂ ਕਹਿ ਕੇ ਪਿਤਾ ਪਰਮੇਸ਼ਰ ਤੁਸੀਂ ਹਰ ਇੱਕ ਵਿਅਕਤੀ ਨੂੰ ਜਤਾ ਦਿੱਤਾ ਕਿ ਇਸ ਸੰਸਾਰ ਦੇ ਵਿੱਚ ਕੋਈ ਵੀ ਵਿਅਕਤੀ ਧਰਮੀ ਨਹੀਂ ਹੈ, ਸਾਰੇ ਦੇ ਸਾਰੇ ਪਾਪੀ ਹਨ ਅਤੇ ਸਾਰਿਆਂ ਨੂੰ ਤੁਹਾਡੀ ਲੋੜ ਹੈ। ਇਸ ਇਸਤਰੀ ਦੇ ਮਾਮਲੇ 'ਚ ਅਸੀਂ ਦੇਖਿਆ ਕਿ ਪ੍ਰਭੂ ਜੀ ਕਿਸੇ ਨੇ ਵੀ ਉਹਨੂੰ ਪੱਥਰ ਨਹੀਂ ਮਾਰਿਆ, ਸਾਰੇ ਉਸ ਭੀੜ 'ਚੋਂ ਨਿਕਲ ਗਏ ਔਰ ਉਹ ਇਸਤਰੀ ਪ੍ਰਭੂ ਜੀ ਤੁਹਾਡੇ ਸਾਹਮਣੇ ਇਕੱਲੀ ਰਹਿ ਗਈ। ਪ੍ਰਭੂ ਜੀ, ਜਦ ਤੁਸੀਂ ਉਸ ਨੂੰ ਪੁੱਛਿਆ ਕਿ ਕਿਆ ਤੈਨੂੰ ਕਿਸੇ ਨੇ ਕੋਈ ਸਜ਼ਾ ਨਹੀਂ ਦਿੱਤੀ, ਤਾਂ ਤੁਸੀਂ ਪ੍ਰਭੂ ਜੀ ਉਹਨੂੰ ਜਵਾਬ ਦਿੱਤਾ ਕਿ ਜਾ, ਮੈਂ ਵੀ ਤੁਹਾਨੂੰ ਸਜ਼ਾ ਨਹੀਂ ਦਿੰਦਿਆ। ਪਿਆਰੇ ਪਿਤਾ ਪਰਮੇਸ਼ਰ, ਇਸ ਤੋਂ ਅਸੀਂ ਜਾਣਿਆ ਜਦ ਉਸ ਇਸਤਰੀ ਨੇ ਤੁਹਾਨੂੰ ਇਹ ਕਿਹਾ ਕਿ ਹਾਂ ਪ੍ਰਭੂ, ਮੈਨੂੰ ਕਿਸੇ ਨੇ ਪੱਥਰ ਨਹੀਂ ਮਾਰਿਆ। ਪਿਆਰੇ ਪਿਤਾ ਪਰਮੇਸ਼ਰ, ਇਹ ਉਸ ਦੇ ਬਦਲਾਵ ਦੀ ਕਹਾਣੀ ਸੀ ਜਿਸ 'ਚ ਉਹਨੇ ਪ੍ਰਭੂ ਜੀ ਆਪਣੇ ਜੀਵਨ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ। ਉਹਦੇ ਜੀਵਨ ਦੇ ਵਿੱਚ ਇੱਕ ਬਦਲਾਵ ਆਇਆ। ਪ੍ਰਭੂ ਜੀ, ਕਿਸੇ ਦੇ ਜੀਵਨ ਦੇ ਵਿੱਚ, ਕਿਸੇ ਵੀ ਬੁਰੇ ਵਿਅਕਤੀ ਦੇ ਜੀਵਨ ਦੇ ਵਿੱਚ ਤੁਸੀਂ ਆਪਣਾ ਪ੍ਰਭਾਵ ਛੱਡ ਕੇ ਉਸ ਦੇ ਜੀਵਨ ਨੂੰ ਬਦਲ ਸਕਦੇ ਹੋ। ਪ੍ਰਭੂ ਜੀ, ਤੁਸੀਂ ਇਸ ਦੁਨੀਆ ਦੇ ਉੱਤੇ ਇਸ ਕਰਕੇ ਆਏ ਤਾਂ ਕਿ ਪ੍ਰਭੂ ਜੋ ਪਾਪੀ ਆ ਉਹ ਨਾਸ਼ ਨਾ ਹੋ ਪਰ ਅਨੰਤ ਜੀਵਨ ਪਾਣ। ਪਿਤਾ ਪਰਮੇਸ਼ਰ, ਸਾਡੀ ਪ੍ਰਾਰਥਨਾ ਹੈ ਜਿਨ੍ਹਾਂ ਦੇ ਕਿਸੇ ਵੀ ਜੀਵਨ 'ਚ ਪਾਪ ਹੈ ਜਾਂ ਕੋਈ ਕਮਜ਼ੋਰੀ ਹੈ ਉਹ ਪ੍ਰਭੂ ਜੀ ਤੁਹਾਡੇ ਸਾਹਮਣੇ ਰੱਖ ਦੇਣ ਤਾਂ ਕਿ ਤੁਸੀਂ ਉਹਨਾਂ ਦੀ ਉਸ ਕਮਜ਼ੋਰੀ ਨੂੰ ਦੂਰ ਕਰਕੇ ਉਹਨਾਂ ਨੂੰ ਸਦੀਪਕ ਜੀਵਨ ਦਿਓ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਦੇ ਲਈ, ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।